ਇੱਕ ਵਾਰ ਇੱਕ ਗੁਰੂ ਤੇ ਚੇਲਾ ਇੱਕ ਸੁਨਸਾਨ ਜੰਗਲ ਵਿੱਚੋਂ ਲੰਘ ਰਹੇ ਸੀ। ਉਦੋਂ ਹੀ ਚੇਲਾ ਆਪਣੇ ਗੁਰੂ ਤੋਂ ਇੱਕ ਸਵਾਲ ਪੁੱਛਦਾ ਏ ਕਿ ਗੁਰੂ ਜੀ, ਇਹੋ ਜਿਹਾ ਕੀ ਹੁੰਦਾ ਏ ਕੁਝ ਲੋਕਾਂ ਦੇ ਕੋਲੇ ਕੁਝ ਵੀ ਨਹੀਂ ਹੁੰਦਾ, ਪਰ ਫਿਰ ਵੀ ਉਹ ਸੁਖੀ ਤੇ ਖੁਸ਼ ਰਹਿੰਦੇ ਨੇ, ਤੇ ਕੁਝ ਲੋਕਾਂ ਦੇ ਕੋਲੇ ਸਭ ਕੁਝ ਹੁੰਦੇ ਹੋਏ ਵੀ ਉਦਾਸੀ ਉਹਨਾਂ ਦੇ ਚਿਹਰਿਆਂ ਤੋਂ ਸਾਫ਼ ਦਿਖਾਈ ਦਿੰਦੀ ਏ। ਗੁਰੂ ਨੇ ਇੱਕ ਮੁਰਝਾਏ ਹੋਏ ਫੁੱਲ ਦੇ ਵੱਲ ਇਸ਼ਾਰਾ ਕਰਦੇ ਹੋਏ ਆਪਣੇ ਚੇਲੇ ਨੂੰ ਕਿਹਾ, ਇਹ ਸਭ ਸੋਚਣ ਤੇ ਸਮਝਣ ਵਾਲੀ ਗੱਲ ਹੁੰਦੀ ਏ। ਜੇ ਹੁਣ ਇਹ ਫੁੱਲ ਇਹ ਸੋਚੇ ਕਿ ਮੈਂ ਕੱਲ ਮੁਰਝਾ ਗਿਆ ਸੀ, ਜਾਂ ਫਿਰ ਇਹ ਸੋਚੇ ਕਿ ਮੈਂ ਵਰਤਮਾਨ ਵਿੱਚ ਫਿਰ ਤੋਂ ਮੁਰਝਾ ਜਾਵਾਂਗਾ, ਇਹ ਕਦੇ ਵੀ ਪੂਰੇ ਤਰੀਕੇ ਦੇ ਨਾਲ ਖੁੱਲ੍ਹ ਕੇ ਖਿਲ ਨਹੀਂ ਪਾਊਗਾ। ਇਹ ਆਪਣੇ ਸੁੰਦਰ ਸਰੂਪ ਵਿੱਚ ਕਦੇ ਵੀ ਆ ਨਹੀਂ ਪਾਊਗਾ। ਇਹ ਆਪਣੀ ਖੁਸ਼ਬੂ ਨੂੰ ਇਹ ਵਾਤਾਵਰਨ ਵਿੱਚ ਬਿਖੇਰ ਨਹੀਂ ਪਾਊਗਾ। ਉਸੇ ਤਰ੍ਹਾਂ ਹੀ ਇੱਕ ਇਨਸਾਨ ਆਪਣੇ ਅਤੀਤ ਦੀਆਂ ਯਾਦਾਂ ਵਿੱਚ ਗੁੰਮ ਹੋਇਆ ਰਹਿੰਦਾ ਏ, ਜਾਂ ਫਿਰ ਆਪਣੇ ਆਉਣ ਵਾਲੇ ਭਵਿੱਖ ਦੀਆਂ ਕਲਪਨਾਵਾਂ ਕਰਦਾ ਰਹਿੰਦਾ ਏ, ਭਵਿੱਖ ਦੇ ਦੁੱਖਾਂ ਦੇ ਬਾਰੇ ਸੋਚਦਾ ਰਹਿੰਦਾ ਏ, ਜਾਂ ਫਿਰ ਜੋ ਸਮਾਂ ਲੰਘ ਗਿਆ ਏ ਉਸ ਵਿੱਚ ਉਸ ਨਾਲ ਜੋ ਵੀ ਬੁਰਾ ਹੋਇਆ ਏ ਉਹਦੇ ਬਾਰੇ ਵਿੱਚ ਸੋਚ ਕੇ ਉਹ ਆਪਣੇ ਭਵਿੱਖ ਦੇ ਲਈ ਚਿੰਤਾ ਕਰਦਾ ਰਹਿੰਦਾ ਏ। ਇਹੋ ਜਿਹਾ ਮਨੁੱਖ ਆਪਣੇ ਜੀਵਨ ਵਿੱਚ ਕਦੇ ਵੀ ਸੁੱਖ ਨੂੰ ਨਹੀਂ ਮਾਣ ਸਕਦਾ। ਇਹ ਇੱਕ ਸਮਝਣ ਵਾਲੀ ਗੱਲ ਹੁੰਦੀ ਏ ਕਿ ਜੀਵਨ ਹਮੇਸ਼ਾ ਹੀ ਵਰਤਮਾਨ ਵਿੱਚ ਹੁੰਦਾ ਏ। ਅਤੀਤ ਤੇ ਭਵਿੱਖ ਦੀਆਂ ਕਲਪਨਾਵਾਂ ਹਮੇਸ਼ਾ ਹੀ ਮਨੁੱਖ ਨੂੰ ਮੌਤ ਦੇ ਵੱਲ ਲੈ ਕੇ ਜਾਂਦੀਆਂ ਨੇ। ਇਸ ਲਈ ਇਹ ਜ਼ਰੂਰੀ ਹੋ ਜਾਂਦਾ ਏ, ਜਿਸ ਤਰ੍ਹਾਂ ਅਸੀਂ ਆਪਣੇ ਸਰੀਰ ਦੀ ਦੇਖਭਾਲ ਕਰਦੇ ਹਾਂ, ਉਸ ਨੂੰ ਬਿਮਾਰੀਆਂ ਤੋਂ ਦੂਰ ਰੱਖਣ ਲਈ ਉਸ ਦੇ ਅੰਦਰ ਤੋਂ ਗੰਦਗੀ ਵੀ ਸਾਫ਼ ਕਰਦੇ ਰਹਿੰਦੇ ਹਾਂ, ਉਸੇ ਤਰ੍ਹਾਂ ਹੀ ਸਾਨੂੰ ਸਮੇਂ-ਸਮੇਂ ਤੇ ਆਪਣੇ ਮਨ ਅਤੇ ਦਿਮਾਗ ਦੀ ਗੰਦਗੀ ਨੂੰ ਵੀ ਸਾਫ਼ ਕਰਦੇ ਰਹਿਣਾ ਚਾਹੀਦਾ ਏ। ਇਸ ਦੇ ਨਾਲ ਤੁਹਾਡੀ ਬੁੱਧੀ ਦੀ ਸਮਤਾ ਵੀ ਤੇਜ਼ ਹੋਵੇਗੀ, ਨਾਲ ਦੀ ਨਾਲ ਤੁਸੀਂ ਹਮੇਸ਼ਾ ਖੁਸ਼ ਰਹਿਣ ਦਾ ਰਹੱਸ ਜਾਣ ਪਾਵੋਗੇ। ਚੇਲੇ ਨੇ ਆਪਣੇ ਗੁਰੂ ਨੂੰ ਸਵਾਲ ਕੀਤਾ ਕਿ ਗੁਰੂਦੇਵ, ਇਹ ਤੋਂ ਪਹਿਲਾਂ ਕਿ ਆਪਾਂ ਆਪਣੇ ਦਿਮਾਗ ਤੇ ਮਨ ਦੇ ਬਾਰੇ ਚਰਚਾ ਸ਼ੁਰੂ ਕਰੀਏ, ਉਸ ਤੋਂ ਪਹਿਲਾਂ ਮੈਂ ਇਹ ਜਾਣਨਾ ਚਾਹੁੰਦਾ ਹਾਂ, ਜਿਨ੍ਹਾਂ ਲੋਕਾਂ ਦੇ ਕੋਲੇ ਸਭ ਕੁਝ ਹੁੰਦਾ ਏ ਉਹ ਦੁਖੀ ਕਿਉਂ ਰਹਿੰਦੇ ਨੇ, ਤੇ ਜਿਨ੍ਹਾਂ ਲੋਕਾਂ ਦੇ ਕੋਲੇ ਕੁਝ ਵੀ ਨਹੀਂ ਹੁੰਦਾ ਉਹ ਹਮੇਸ਼ਾ ਖੁਸ਼ ਹੀ ਕਿਉਂ ਰਹਿੰਦੇ ਨੇ? ਇਹ ਕੀ ਰਹੱਸ ਹੈ? ਇਹਦੇ ਪਿੱਛੇ ਕੀ ਕਾਰਨ ਹੋ ਸਕਦਾ ਏ? ਗੁਰੂ ਨੇ ਉੱਤਰ ਦਿੱਤਾ ਕਿ ਕੁਝ ਲੋਕ ਆਪਣੀ ਜ਼ਿੰਦਗੀ ਵਿੱਚ ਸਭ ਕੁਝ ਹਾਸਲ ਕਰ ਲੈਂਦੇ ਨੇ, ਤੇ ਸਭ ਕੁਝ ਹਾਸਲ ਕਰਨ ਤੋਂ ਬਾਅਦ ਉਹਨਾਂ ਨੂੰ ਸਾਰੀਆਂ ਚੀਜ਼ਾਂ ਦੀ ਬੇਅਰਥਤਾ ਪਤਾ ਲੱਗ ਜਾਂਦੀ ਏ। ਇਹੋ ਜਿਹੇ ਲੋਕਾਂ ਨੂੰ ਇਹ ਅਹਿਸਾਸ ਜਕੜ ਲੈਂਦਾ ਏ ਕਿ ਮੈਂ ਆਪਣੀ ਜ਼ਿੰਦਗੀ ਵਿੱਚ ਜੋ ਕੁਝ ਵੀ ਪਾਇਆ, ਜੋ ਕੁਝ ਵੀ ਕੀਤਾ, ਉਹਦੇ ਨਾਲ ਭਾਵੇਂ ਮੈਂ ਸਾਰੀਆਂ ਸੁੱਖ ਸੁਵਿਧਾਵਾਂ ਪਾ ਲੀਆਂ ਹੋਣ, ਪਰ ਮਨ ਦੀ ਸ਼ਾਂਤੀ ਅਜੇ ਵੀ ਬਹੁਤ ਦੂਰ ਏ ਤੇ ਅਧੂਰੀ ਹੈ, ਉਸ ਤੱਕ ਮੈਂ ਪਹੁੰਚ ਨਹੀਂ ਪਾਇਆ। ਸਾਰਾ ਕੁਝ ਪਾ ਕੇ ਵੀ ਮੈਂ ਆਪਣੇ ਮਨ ਨੂੰ ਜਾਣ ਨਹੀਂ ਪਾਇਆ। ਜਦੋਂ ਇਨਸਾਨ ਨੂੰ ਇਹ ਲੱਗਦਾ ਹੈ, ਇਹ ਮਹਿਸੂਸ ਹੁੰਦਾ ਹੈ, ਜੋ ਕੁਝ ਵੀ ਉਸਨੇ ਕਮਾਇਆ ਹੈ ਉਹ ਸਭ ਕੌਡੀਆਂ ਦੇ ਭਾਅ ਦਾ ਸੀ, ਉਸਨੇ ਆਪਣੇ ਜੀਵਨ ਨੂੰ ਵਿਕਾਰ ਦੀਆਂ ਚੀਜ਼ਾਂ ਵਿੱਚ ਹੀ ਵਿਅਰਥ ਕਰ ਦਿੱਤਾ। ਤੇ ਦੂਜੇ ਪਾਸੇ ਜਿਹੜੇ ਇਨਸਾਨ ਕੋਲ ਆਪਣੇ ਜੀਵਨ ਵਿੱਚ ਕੁਝ ਵੀ ਨਹੀਂ ਹੁੰਦਾ, ਉਸਦੇ ਕੋਲ ਇੱਕ ਉਮੀਦ ਹੁੰਦੀ ਹੈ, ਉਹ ਸਭ ਕੁਝ ਪਾਉਣ ਦੀ ਲਾਲਸਾ ਰੱਖਦਾ ਏ, ਤੇ ਉਹੀ ਲਾਲਸਾ ਉਹਨੂੰ ਜੀਵਨ ਦੇ ਵਿੱਚ ਖੁਸ਼ ਰੱਖਦੀ ਹੈ, ਅੱਗੇ ਵਧਾਉਂਦੀ ਹੈ, ਊਰਜਾ ਦੇ ਨਾਲ ਭਰਿਆ ਹੋਇਆ ਰੱਖਦੀ ਏ। ਗੁਰੂ ਨੇ ਆਪਣੇ ਹੱਥ ਦੇ ਨਾਲ ਇੱਕ ਸੁੱਕੇ ਦਰਖਤ ਦੇ ਵੱਲ ਇਸ਼ਾਰਾ ਕਰਦੇ ਹੋਏ ਕਿਹਾ, ਕਦੇ ਤਾਂ ਇਹ ਵੀ ਪੇੜ ਹਰਿਆ ਭਰਿਆ ਹੋਊਗਾ, ਫਲਾਂ ਦੇ ਨਾਲ ਲੱਦਿਆ ਹੋਇਆ ਹੋਊਗਾ, ਪਤਾ ਨਹੀਂ ਕਿੰਨੇ ਕੁ ਪ੍ਰਕਾਰ ਦੇ ਪੰਛੀ ਇਹਦੇ ਉੱਤੇ ਬੈਠਦੇ ਹੋਣਗੇ ਤੇ ਆਪਣੇ ਆਲਣੇ ਬਣਾਉਂਦੇ ਹੋਣਗੇ, ਇਹਦੇ ਫਲਾਂ ਨੂੰ ਖਾਂਦੇ ਹੋਣਗੇ। ਉਸ ਸਮੇਂ ਇਹ ਪੇੜ ਨੂੰ ਇਹ ਪਤਾ ਨਹੀਂ ਹੋਊਗਾ ਕਿ ਇਹ ਕਦੇ ਸੁੱਕ ਜਾਵੇਗਾ, ਕਿ ਮੇਰੀ ਹਾਲਤ ਇੰਨੀ ਖਰਾਬ ਹੋ ਜਾਵੇਗੀ ਕਿ ਮੈਂ ਕਿਸੇ ਨੂੰ ਛਾਂ ਵੀ ਨਹੀਂ ਦੇ ਸਕਾਂਗਾ, ਤੇ ਮੇਰੇ ਉੱਤੇ ਇੱਕ ਪੱਤਾ ਤੱਕ ਵੀ ਨਹੀਂ ਰਹੇਗਾ। ਫਲ ਲੱਗਣ ਦੀ ਤਾਂ ਗੱਲ ਬਹੁਤ ਦੂਰ ਦੀ ਹੈ,
ਉਸੇ ਤਰ੍ਹਾਂ ਹੀ ਇੱਕ ਮਨੁੱਖ ਆਪਣੀ ਜੀਵਨ ਦੀ ਦੌੜ ਵਿੱਚ ਇਹ ਭੁੱਲ ਜਾਂਦਾ ਹੈ ਕਿ ਜਿਹੜੀ ਦੌੜ ਵਿੱਚ ਉਹ ਸਭ ਤੋਂ ਅੱਗੇ ਨਿਕਲਣ ਦੀ ਕੋਸ਼ਿਸ਼ ਕਰ ਰਿਹਾ ਹੈ, ਉਸ ਦਾ ਅੰਤ ਦਾ ਚਰਨ ਤਾਂ ਮੌਤ ਹੀ ਹੈ। ਕਾਸ਼ ਉਹ ਕਦੇ ਇਸ ਦੌੜ ਤੋਂ ਅਲੱਗ ਹੋ ਕੇ ਇਹ ਦੇਖ ਲਵੇ ਕਿ ਇਸ ਦੌੜ ਦਾ ਅੰਤਿਮ ਚਰਨ ਉਸ ਨੂੰ ਕਿਤੇ ਨਹੀਂ ਪਹੁੰਚਾਏਗਾ ਜਿਸ ਨੂੰ ਉਹ ਜਿੱਤਣ ਦੇ ਖਾਬ ਦੇਖ ਰਿਹਾ ਹੈ। ਉਸ ਦਾ ਅੰਤਿਮ ਚਰਨ ਮੌਤ ਹੀ ਹੈ। ਕਾਸ਼ ਉਹ ਕਦੇ ਆਪਣੀ ਜੀਵਨ ਦੀ ਦੌੜ ਵਿੱਚ ਰੁਕ ਕੇ ਇਹ ਦੇਖ ਲਵੇ ਕਿ ਇਹਦਾ ਅੰਤਿਮ ਚਰਨ ਕੀ ਹੋਵੇਗਾ। ਉਹ ਕੰਮਾਂ ਨੂੰ ਛੱਡ ਸਕਦਾ ਏ ਜੋ ਵਿਅਰਥ ਨੇ, ਬੇਕਾਰ ਨੇ, ਤੇ ਇਹੋ ਜਿਹੇ ਕੰਮਾਂ ਦੇ ਵੱਲ ਅੱਗੇ ਵੱਧ ਸਕਦਾ ਏ ਜਿਹੜੇ ਉਸਦੇ ਜੀਵਨ ਦੇ ਵਿੱਚ ਆਨੰਦ ਪੈਦਾ ਕਰ ਦੇਣ, ਜਿਹੜੇ ਉਸਦੇ ਜੀਵਨ ਨੂੰ ਇੱਕ ਨਵੀਂ ਦਿਸ਼ਾ ਦਿੰਦੇ ਹੋਣ। ਗੁਰੂ ਨੇ ਖੁਦ ਦੇ ਵੱਲ ਇਸ਼ਾਰਾ ਕਰਦੇ ਹੋਏ ਸਮਝਾਇਆ ਕਿ ਇੱਕ ਯੋਗੀ ਉਹ ਹੁੰਦਾ ਹੈ ਜਿਹੜਾ ਜੀਵਨ ਦੀ ਦੌੜ ਵਿੱਚ ਰੁਕ ਜਾਂਦਾ ਏ, ਜਿਹੜਾ ਇਹ ਸਮਝ ਲੈਂਦਾ ਏ ਕਿ ਜੀਵਨ ਦਾ ਅੰਤਿਮ ਚਰਨ ਤਾਂ ਮੌਤ ਹੀ ਹੈ। ਇਸ ਲਈ ਉਹ ਜੀਵਨ ਵਿੱਚ ਸੁੱਖ ਸੁਵਿਧਾਵਾਂ ਹਾਸਲ ਕਰਨ ਦੀ ਬਜਾਏ ਆਪਣੇ ਮਨ ਤੇ ਦਿਮਾਗ ਨੂੰ ਇੱਕ ਨਵੇਂ ਆਨੰਦ ਦੇ ਵੱਲ ਲਿਜਾਣ ਦੀ ਕੋਸ਼ਿਸ਼ ਕਰਨ ਲੱਗ ਜਾਂਦਾ ਏ। ਚੇਲੇ ਨੇ ਸਵਾਲ ਕੀਤਾ ਕਿ ਗੁਰੂਦੇਵ, ਕੀ ਇੱਕ ਗ੍ਰਸਤ ਜੀਵਨ ਵਿੱਚ ਜੀਣ ਵਾਲਾ ਮਨੁੱਖ ਉਸ ਆਨੰਦ ਨੂੰ ਪ੍ਰਾਪਤ ਨਹੀਂ ਕਰ ਸਕਦਾ, ਤੇ ਜੇ ਕਰ ਸਕਦਾ ਏ ਤਾਂ ਉਸ ਨੂੰ ਕਿਸ ਪ੍ਰਕਾਰ ਸ਼ੁਰੂਆਤ ਕਰਨੀ ਚਾਹੀਦੀ ਏ? ਮਹਾਤਮਾ ਕਹਿੰਦੇ ਨੇ ਬਿਲਕੁਲ ਕਰ ਸਕਦਾ ਏ। ਜੇ ਸਾਰੇ ਮਨੁੱਖ ਉਸ ਆਨੰਦ ਨੂੰ ਪ੍ਰਾਪਤ ਕਰਨ ਲਈ ਸੰਨਿਆਸੀ ਬਣਨ ਦਾ ਪ੍ਰਣ ਲੈਣ ਤਾਂ ਇਹਦੇ ਨਾਲ ਤਾਂ ਚੱਲਣਾ ਹੀ ਬੰਦ ਹੋ ਜਾਵੇਗਾ। ਉਸ ਦੀ ਜੋ ਵਿਵਸਥਾ ਹੈ ਉਹ ਵਿਗੜਨ ਲੱਗ ਜਾਵੇਗੀ। ਇੱਕ ਸੱਚਾ ਸੰਨਿਆਸੀ ਆਪਣੇ ਜੀਵਨ ਵਿੱਚ ਖੋਜ ਕਰਦਾ ਹੈ ਤੇ ਗ੍ਰਸਤ ਜੀਵਨ ਵਿੱਚ ਕਿਵੇਂ ਉਸ ਆਨੰਦ ਨੂੰ ਪ੍ਰਾਪਤ ਕੀਤਾ ਜਾ ਸਕਦਾ ਹੈ, ਉਹ ਤਰੀਕੇ ਉਹ ਸਾਰਿਆਂ ਨੂੰ ਦੱਸਦਾ ਹੈ ਕਿ ਮਨੁੱਖ ਆਪਣੇ ਜੀਵਨ ਦਾ ਪਾਲਣ ਕਰਦੇ ਹੋਏ ਉਸ ਆਨੰਦ ਦੀ ਵੀ ਪ੍ਰਾਪਤੀ ਕਰ ਸਕੇ। ਗੁਰੂ ਨੇ ਆਪਣੇ ਆਪ ਨੂੰ ਸੰਬੋਧਿਤ ਕਰਦੇ ਹੋਏ ਉੱਤਰ ਦਿੱਤਾ ਕਿ ਮੈਂ ਜੋ ਆਪਣੇ ਜੀਵਨ ਵਿੱਚ ਖੋਜ ਕੀਤੀ ਹੈ ਉਸ ਦੇ ਅਨੁਸਾਰ ਮਨੁੱਖ ਨੂੰ ਸਮੇਂ-ਸਮੇਂ ਤੇ ਆਪਣੇ ਮਨ ਅਤੇ ਦਿਮਾਗ ਦੀ ਸਮੇਂ-ਸਮੇਂ ਤੇ ਸਫਾਈ ਕਰਦੇ ਰਹਿਣੀ ਚਾਹੀਦੀ ਹੈ। ਮਨੁੱਖ ਆਪਣੇ ਸਰੀਰ ਤੇ ਤਾਂ ਧਿਆਨ ਦੇ ਲੈਂਦਾ ਏ, ਪਰ ਉਹ ਆਪਣੇ ਮਨ ਤੇ ਦਿਮਾਗ ਨੂੰ ਭੁੱਲ ਜਾਂਦਾ ਏ। ਉਸ ਦੇ ਵੱਲ ਉਹ ਕਦੇ ਵੀ ਧਿਆਨ ਹੀ ਨਹੀਂ ਦਿੰਦਾ। ਉਸ ਦੀ ਵਜ੍ਹਾ ਨਾਲ ਮਨ ਤੇ ਦਿਮਾਗ ਬੁੱਢੇ ਹੁੰਦੇ ਚਲੇ ਜਾਂਦੇ ਨੇ। ਉਹਨਾਂ ਵਿੱਚ ਜਵਾਨੀ ਨਹੀਂ ਰਹਿ ਜਾਂਦੀ, ਤੇ ਜਦੋਂ ਉਹਨਾਂ ਵਿੱਚ ਜਵਾਨੀ ਨਹੀਂ ਰਹਿ ਜਾਂਦੀ ਤਾਂ ਉਹਨਾਂ ਵਿੱਚ ਨਵਾਂਪਨ ਤੇ ਤਾਜ਼ਗੀ ਨਹੀਂ ਰਹਿ ਜਾਂਦੀ, ਜਿਸ ਦੀ ਵਜ੍ਹਾ ਨਾਲ ਇੱਕ ਇਨਸਾਨ ਉਦਾਸੀ ਦੇ ਨਾਲ ਭਰ ਜਾਂਦਾ ਏ। ਮਨ ਤੇ ਦਿਮਾਗ ਦੀ ਗੰਦਗੀ ਕੀ ਹੁੰਦੀ ਹੈ, ਪਹਿਲਾਂ ਮੈਂ ਤੈਨੂੰ ਇਹ ਦੱਸਦਾ ਹਾਂ। ਹਰ ਮਨੁੱਖ ਦੇ ਜੀਵਨ ਵਿੱਚ ਕੁਝ ਇਹੋ ਜਿਹੀਆਂ ਘਟਨਾਵਾਂ ਘਟਦੀਆਂ ਨੇ ਜਿਨ੍ਹਾਂ ਦਾ ਉਸ ਦੇ ਦਿਮਾਗ ਤੇ ਮਨ ਉੱਤੇ ਬਹੁਤ ਗਹਿਰਾ ਅਸਰ ਪੈਂਦਾ ਏ। ਉਹ ਸਾਰੀ ਜ਼ਿੰਦਗੀ ਉਹਨਾਂ ਘਟਨਾਵਾਂ ਨੂੰ ਭੁਲਾ ਨਹੀਂ ਪਾਉਂਦਾ ਤੇ ਉਹੀ ਘਟਨਾਵਾਂ ਉਸ ਦੇ ਮਨ ਵਿੱਚ ਪੂਰੀ ਤਰ੍ਹਾਂ ਨਾਲ ਪੱਕ ਜਾਂਦੀਆਂ ਨੇ, ਜੋ ਉਸ ਦੇ ਮਨ ਵਿੱਚ ਇੱਕ ਗੱਠ ਪੈਦਾ ਕਰ ਦਿੰਦੀਆਂ ਨੇ। ਤੇ ਆਉਣ ਵਾਲੇ ਸਮੇਂ ਦੇ ਵਿੱਚ ਜਦੋਂ ਵੀ ਉਹ ਕੋਈ ਵੀ ਕੰਮ ਕਰੇਗਾ ਤੇ ਫਿਰ ਉਹੀ ਘਟਨਾਵਾਂ ਉਸ ਨੂੰ ਯਾਦ ਆਉਣਗੀਆਂ ਤੇ ਉਹ ਘਟਨਾਵਾਂ ਉਸ ਦੇ ਵਿਚਾਰਾਂ ਤੇ ਫੈਸਲਿਆਂ ਨੂੰ ਪੂਰੀ ਤਰ੍ਹਾਂ ਬਦਲ ਕੇ ਰੱਖ ਦੇਣਗੀਆਂ। ਇਹੋ ਜਿਹੇ ਮਨੁੱਖ ਦੀ ਨਜ਼ਰ ਵੀ ਭ੍ਰਮਿਤ ਹੋ ਜਾਂਦੀ ਹੈ। ਉਹ ਸੱਚ ਨੂੰ ਨਹੀਂ ਦੇਖ ਪਾਉਂਦਾ, ਉਹ ਚੀਜ਼ਾਂ ਨੂੰ ਉਸ ਘਟਨਾ ਦੇ ਨਾਲ ਜੋੜ ਕੇ ਭ੍ਰਮਿਤ ਤਰੀਕੇ ਦੇ ਨਾਲ ਦੇਖਦਾ ਏ। ਇਸ ਦੇ ਲਈ ਇੱਕ ਆਪਾਂ ਉਦਾਹਰਨ ਲੈ ਲੈਂਦੇ ਹਾਂ। ਜੇ ਕਿਸੇ ਭੂਰੀਆਂ ਅੱਖਾਂ ਵਾਲੇ ਵਿਅਕਤੀ ਨੇ ਸਾਨੂੰ ਧੋਖਾ ਦੇ ਦਿੱਤਾ ਤਾਂ ਅਸੀਂ ਸਾਰੀ ਜ਼ਿੰਦਗੀ ਭੂਰੀਆਂ ਅੱਖਾਂ ਵਾਲੇ ਵਿਅਕਤੀਆਂ ਨੂੰ ਧੋਖੇਬਾਜ਼ ਸਮਝਦੇ ਰਹਾਂਗੇ। ਉਹਨਾਂ ਤੇ ਕਦੇ ਪੂਰੇ ਰੂਪ ਵਿੱਚ ਵਿਸ਼ਵਾਸ ਨਹੀਂ ਕਰ ਪਾਵਾਂਗੇ। ਪਰ ਸਮਝਣ ਵਾਲੀ ਗੱਲ ਇਹ ਹੁੰਦੀ ਹੈ ਕਿ ਜਿਹੜੇ ਇਨਸਾਨ ਨੇ ਤੁਹਾਨੂੰ ਧੋਖਾ ਦਿੱਤਾ ਹੈ, ਉਹ ਧੋਖਾ ਤੁਹਾਨੂੰ ਪੂਰੀਆਂ ਅੱਖਾਂ ਦੇ ਨਾਲ ਨਹੀਂ ਮਿਲਿਆ। ਉਹ ਧੋਖਾ ਉਸ ਇਨਸਾਨ ਦੇ ਸੁਭਾਅ ਤੋਂ ਮਿਲਿਆ ਹੈ। ਉਸ ਇਨਸਾਨ ਦੇ ਸੁਭਾਅ ਤੋਂ ਸਾਡੇ ਦਿਮਾਗ ਵਿੱਚ ਇੱਕ ਚਿੱਤਰ ਛਪ ਜਾਂਦਾ ਏ, ਉਸ ਦੀ ਇੱਕ ਛਵੀ ਬਣ ਜਾਂਦੀ ਹੈ। ਤੇ ਜਦੋਂ ਅਸੀਂ ਦੂਸਰੇ ਆਦਮੀ ਦੇ ਨਾਲ ਸੰਪਰਕ ਕਰਦੇ ਹਾਂ ਤੇ ਉਹ ਛਵੀ ਵਿੱਚ ਕੰਧ ਦੀ ਤਰ੍ਹਾਂ ਖੜੀ ਹੋ ਜਾਂਦੀ ਏ। ਤੇ ਇਹੀ ਵਜ੍ਹਾ ਕਾਰਨ
ਅਸੀਂ ਭੂਰੀਆਂ ਅੱਖਾਂ ਵਾਲੇ ਵਿਅਕਤੀਆਂ ਤੇ ਫਿਰ ਤੋਂ ਭਰੋਸਾ ਨਹੀਂ ਕਰ ਪਾਉਂਦੇ। ਹਰ ਮਨੁੱਖ ਦੇ ਲਈ ਸਭ ਤੋਂ ਜ਼ਰੂਰੀ ਇਹੀ ਹੁੰਦਾ ਏ ਕਿ ਉਹ ਆਪਣੇ ਆਪ ਨੂੰ ਅਤੀਤ ਦੀਆਂ ਘਟਨਾਵਾਂ ਤੋਂ ਮੁਕਤ ਰੱਖੇ। ਅਤੀਤ ਦੀਆਂ ਘਟਨਾਵਾਂ ਤੋਂ ਪ੍ਰਭਾਵਿਤ ਹੋ ਕੇ ਉਹ ਆਪਣੇ ਦਿਮਾਗ ਦੇ ਵਿੱਚ ਕਿਸੇ ਵੀ ਪ੍ਰਕਾਰ ਦੀ ਛਵੀ ਨਾ ਬਣਾਵੇ। ਕੁਝ ਲੋਕ ਇਸ ਗੱਲ ਤੇ ਇਹ ਸਵਾਲ ਖੜੇ ਕਰ ਸਕਦੇ ਨੇ ਕਿ ਫਿਰ ਜੀਵਨ ਦੇ ਅਨੁਭਵ ਕਦੋਂ ਕੰਮ ਆਉਣਗੇ, ਪਰ ਸਮਝਣ ਵਾਲੀ ਗੱਲ ਇਹ ਹੁੰਦੀ ਹੈ ਕਿ ਅਸੀਂ ਆਪਣੇ ਜੀਵਨ ਦੇ ਅਨੁਭਵਾਂ ਤੋਂ ਵੀ ਬ੍ਰਹਮਤ ਤਰੀਕੇ ਨਾਲ ਗਿਆਨ ਲੈਂਦੇ ਹਾਂ। ਸਹੀ ਤਰੀਕੇ ਦੇ ਨਾਲ ਅਸੀਂ ਉਹਨਾਂ ਤੋਂ ਕੁਝ ਸਿੱਖ ਹੀ ਨਹੀਂ ਪਾਉਂਦੇ। ਠੀਕ ਉਸੇ ਤਰ੍ਹਾਂ ਜਿਸ ਪ੍ਰਕਾਰ ਭੂਰੀਆਂ ਅੱਖਾਂ ਹੀ ਜ਼ਿੰਮੇਵਾਰ ਰਹੀਆਂ ਸੀ, ਜਦਕਿ ਧੋਖਾ ਦੇਣ ਦੇ ਲਈ ਉਸ ਦਾ ਸੁਭਾਅ ਜ਼ਿੰਮੇਦਾਰ ਸੀ। ਮਨੁੱਖ ਆਪਣੇ ਜੀਵਨ ਵਿੱਚ ਉਹਨਾਂ ਭੂਰੀਆਂ ਅੱਖਾਂ ਨੂੰ ਯਾਦ ਰੱਖੇਗਾ ਤੇ ਉਸ ਦੇ ਸੁਭਾਅ ਨੂੰ ਭੁੱਲ ਜਾਵੇਗਾ। ਉਹ ਚੇਲਾ ਆਪਣੇ ਗੁਰੂ ਦੀਆਂ ਗੱਲਾਂ ਵਿੱਚ ਇੰਨਾ ਖੋ ਗਿਆ ਕਿ ਉਸ ਨੂੰ ਚੱਲਦੇ ਚੱਲਦੇ ਜੰਗਲ ਦੇ ਰਸਤੇ ਵਿੱਚ ਡਿੱਗੇ ਹੋਏ ਕੰਡੇ ਦਿਖਾਈ ਨਹੀਂ ਦਿੰਦੇ ਤੇ ਅਚਾਨਕ ਹੀ ਉਸ ਦੇ ਪੈਰ ਵਿੱਚ ਇੱਕ ਕੰਡਾ ਚੁੱਭ ਜਾਂਦਾ ਏ ਤੇ ਫਿਰ ਗੁਰੂ ਨੇ ਉਸ ਦਾ ਕੰਡਾ ਬਾਹਰ ਕੱਢਦੇ ਹੋਏ ਉਸ ਨੂੰ ਪੁੱਛਿਆ, ਇਹ ਕੰਡਾ ਤੇਰੇ ਪੈਰ ਵਿੱਚ ਕਿਵੇਂ ਲੱਗਿਆ? ਇਸ ਦੇ ਪਿੱਛੇ ਤੂੰ ਕਿਹਨੂੰ ਜ਼ਿੰਮੇਵਾਰ ਸਮਝਦਾ ਏ? ਗੁਰੂ ਨੇ ਕਿਹਾ ਕਿ ਤੂੰ ਇਸ ਦੇ ਬਾਰੇ ਵਿੱਚ ਮੈਨੂੰ ਵੀ ਜ਼ਿੰਮੇਵਾਰ ਸਮਝ ਸਕਦਾ ਏ, ਕਿਉਂਕਿ ਮੈਂ ਤੇਰੇ ਨਾਲ ਗੱਲਾਂ ਕਰ ਰਿਹਾ ਸੀ। ਜਾਂ ਫਿਰ ਤੂੰ ਆਪਣੇ ਆਪ ਨੂੰ ਵੀ ਜ਼ਿੰਮੇਵਾਰ ਸਮਝ ਸਕਦਾ ਏ ਕਿ ਤੂੰ ਮੇਰੀਆਂ ਗੱਲਾਂ ਵਿੱਚ ਇੰਨਾ ਖੋ ਗਿਆ ਤੇ ਤੇਰਾ ਰਾਸਤੇ ਵਿੱਚ ਪਿਆ ਕੰਡਿਆਂ ਤੇ ਧਿਆਨ ਹੀ ਨਹੀਂ ਗਿਆ। ਕਿ ਤੂੰ ਇਹ ਦਰਖਤਾਂ ਨੂੰ ਜ਼ਿੰਮੇਵਾਰ ਮੰਨ ਸਕਦਾ ਏ ਜਿਨ੍ਹਾਂ ਨੇ ਇਹ ਕੰਡੇ ਇਸ ਰਸਤੇ ਤੇ ਵਿਛਾ ਦਿੱਤੇ? ਚੇਲੇ ਨੇ ਉੱਤਰ ਦਿੱਤਾ ਕਿ ਗੁਰੂਦੇਵ, ਇਸ ਵਿੱਚ ਮੈਂ ਆਪਣੇ ਆਪ ਨੂੰ ਹੀ ਜ਼ਿੰਮੇਵਾਰ ਮੰਨਦਾ ਹਾਂ, ਕਿਉਂਕਿ ਤੁਸੀਂ ਤਾਂ ਆਪਣਾ ਕੰਮ ਕਰ ਰਹੇ ਸੀ ਤੇ ਦਰਖਤ ਨੇ ਵੀ ਆਪਣਾ ਕੰਮ ਕੀਤਾ, ਪਰ ਮੈਂ ਆਪਣਾ ਕੰਮ ਪੂਰੇ ਹੋਸ਼ ਦੇ ਨਾਲ ਨਹੀਂ ਕਰ ਪਾਇਆ। ਜੇ ਮੈਂ ਆਪਣੇ ਚੱਲਣ ਤੇ ਧਿਆਨ ਲਾਈ ਰੱਖਦਾ, ਜੇ ਮੈਂ ਤੁਹਾਡੀਆਂ ਗੱਲਾਂ ਵਿੱਚ ਪੂਰੀ ਤਰ੍ਹਾਂ ਦੇ ਨਾਲ ਖੋ ਨਹੀਂ ਜਾਂਦਾ ਤਾਂ ਮੈਨੂੰ ਇਹ ਕੰਡਾ ਕਦੇ ਨਾ ਲੱਗਦਾ। ਇਸ ਵਿੱਚ ਪੂਰੀ ਤਰ੍ਹਾਂ ਦੇ ਨਾਲ ਮੇਰੀ ਹੀ ਗਲਤੀ ਸੀ। ਗੁਰੂ ਨੇ ਆਪਣੇ ਚੇਲੇ ਦੀ ਪਿੱਠ ਥਾਪੜਦੇ ਹੋਏ ਅੱਗੇ ਕਹਿਣਾ ਸ਼ੁਰੂ ਕੀਤਾ, ਜਿਹੜੀਆਂ ਘਟਨਾਵਾਂ ਸਾਡੇ ਮਨ ਨੂੰ ਪ੍ਰਭਾਵਿਤ ਕਰਦੀਆਂ ਨੇ, ਜ਼ਰੂਰੀ ਹੋ ਜਾਂਦਾ ਏ ਕਿ ਉਹਨਾਂ ਘਟਨਾਵਾਂ ਨੂੰ ਅਸੀਂ ਕਿਸੇ ਵੀ ਤਰ੍ਹਾਂ ਆਪਣੇ ਮਨ ਤੋਂ ਬਾਹਰ ਕੱਢ ਦਈਏ। ਉਸ ਦੇ ਲਈ ਸਭ ਤੋਂ ਸਰਲ ਤਰੀਕਾ ਹੈ ਕਿ ਤੁਸੀਂ ਆਪਣੀਆਂ ਭਾਵਨਾਵਾਂ ਨੂੰ ਸ਼ੇਅਰ ਕਰਨਾ ਸਿੱਖੋ। ਉਹਨਾਂ ਨੂੰ ਆਪਣੇ ਦਿਲ ਤੇ ਦਿਮਾਗ ਵਿੱਚ ਬਿਠਾ ਕੇ ਨਾ ਰੱਖੋ। ਜਦੋਂ ਤੁਸੀਂ ਕਿਸੇ ਦੂਜੇ ਮਨੁੱਖ ਦੇ ਸਾਹਮਣੇ ਆਪਣੀਆਂ ਭਾਵਨਾਵਾਂ ਨੂੰ ਸ਼ੇਅਰ ਕਰਦੇ ਹੋ ਤਾਂ ਤੁਹਾਡੇ ਮਨ ਦਾ ਬੋਝ ਹਲਕਾ ਹੋ ਜਾਂਦਾ ਏ। ਕੁਝ ਲੋਕਾਂ ਦਾ ਸੁਭਾਅ ਇਹੋ ਜਿਹਾ ਹੁੰਦਾ ਏ ਕਿ ਉਹ ਆਪਣੇ ਮਨ ਦੀਆਂ ਗੱਲਾਂ ਕਿਸੇ ਨੂੰ ਨਹੀਂ ਦੱਸਦੇ। ਇਹੋ ਜਿਹੇ ਲੋਕ ਅਕਸਰ ਹੀ ਆਪਣੇ ਮਨ ਦੇ ਅੰਦਰ ਹੀ ਅੰਦਰ ਦੁਖੀ ਹੁੰਦੇ ਰਹਿੰਦੇ ਨੇ, ਪਰ ਉਹ ਆਪਣੇ ਮਨ ਦੀ ਗੱਲ ਕਿਸੇ ਦੂਜੇ ਵਿਅਕਤੀ ਨੂੰ ਨਹੀਂ ਦੱਸਦੇ। ਇਹਦੇ ਉਲਟ ਕੁਝ ਲੋਕ ਇਹੋ ਜਿਹੇ ਵੀ ਹੁੰਦੇ ਨੇ ਜੋ ਆਪਣੇ ਮਨ ਵਿੱਚ ਕਿਸੇ ਵੀ ਗੱਲ ਨੂੰ ਰੱਖ ਨਹੀਂ ਪਾਉਂਦੇ। ਉਹਨਾਂ ਦੇ ਨਾਲ ਕੁਝ ਵੀ ਚੰਗਾ ਜਾਂ ਬੁਰਾ ਹੁੰਦਾ ਏ, ਉਹ ਆਪਣੇ ਮਨ ਦੀਆਂ ਗੱਲਾਂ ਨੂੰ ਦੂਜਿਆਂ ਦੇ ਸਾਹਮਣੇ ਦੱਸ ਦਿੰਦੇ ਨੇ। ਤੇ ਖੁਦ ਵੀ ਮਹਿਸੂਸ ਕੀਤਾ ਹੋਊਗਾ ਕਿ ਜਿਹੜੇ ਲੋਕ ਆਪਣੇ ਮਨ ਦੀਆਂ ਭਾਵਨਾਵਾਂ ਨੂੰ ਦੂਜਿਆਂ ਨੂੰ ਦੱਸ ਦਿੰਦੇ ਨੇ, ਉਹ ਆਪਣੀ ਜ਼ਿੰਦਗੀ ਵਿੱਚ ਜ਼ਿਆਦਾ ਖੁਸ਼ ਰਹਿੰਦੇ ਨੇ। ਜੇ ਤੁਹਾਡਾ ਮਨ ਕਿਸੇ ਬੁਰੀ ਘਟਨਾ ਤੇ ਰੋਣ ਨੂੰ ਕਰਦਾ ਏ ਤਾਂ ਤੁਸੀਂ ਉੱਚੀ ਉੱਚੀ ਰੋਵੋ। ਤੁਸੀਂ ਆਪਣੇ ਆਪ ਨੂੰ ਰੋਕੋ ਨਾ, ਉਸ ਭਾਵਨਾ ਨੂੰ ਪੂਰੀ ਤਰ੍ਹਾਂ ਦੇ ਨਾਲ ਬਾਹਰ ਆਉਣ ਦਿਓ। ਜੇ ਤੁਹਾਡਾ ਮਨ ਕਿਸੇ ਦੂਸਰੀ ਘਟਨਾ ਤੇ ਖੁਸ਼ ਹੋਣ ਦਾ, ਹੱਸਣ ਦਾ ਕਰਦਾ ਏ ਤਾਂ ਫਿਰ ਪੂਰੀ ਤਰ੍ਹਾਂ ਦੇ ਨਾਲ ਹੱਸੋ, ਜਿਸ ਦੇ ਨਾਲ ਕਿ ਤੁਸੀਂ ਉਸ ਭਾਵਨਾ ਨੂੰ ਪੂਰੀ ਤਰ੍ਹਾਂ ਦੇ ਨਾਲ ਬਾਹਰ ਕੱਢ ਸਕੋ ਤੇ ਮਾਣ ਸਕੋ। ਜਦੋਂ ਉਹ ਭਾਵਨਾ ਪੂਰੀ ਤਰ੍ਹਾਂ ਦੇ ਨਾਲ ਬਾਹਰ ਆ ਜਾਂਦੀ ਏ ਤਾਂ ਉਹ ਪਿੱਛੇ ਛੱਡ ਆਉਂਦੀ ਏ ਇੱਕ ਖਾਲੀਪਨ, ਇੱਕ ਖਾਲੀ ਥਾਂ, ਇੱਕ ਸ਼ਾਂਤੀ। ਗੁਰੂ ਨੇ ਆਪਣੇ ਚੇਲੇ ਨੂੰ ਸਮਝਾਉਂਦੇ ਹੋਏ ਕਿਹਾ ਕਿ ਜਿਸ ਪ੍ਰਕਾਰ ਇੱਕ ਤੇਜ਼ ਗਤੀ ਦੇ ਨਾਲ ਚੱਲਦਾ ਹੋਇਆ ਪਾਣੀ ਆਪਣੇ ਵਿਚਕਾਰ ਆਉਣ ਵਾਲੀਆਂ ਸਾਰੀਆਂ ਰੁਕਾਵਟਾਂ ਨੂੰ ਆਪਣੇ ਨਾਲ ਹੀ ਬਹਾ ਕੇ ਲੈ ਜਾਂਦਾ ਏ, ਉਸੇ ਤਰ੍ਹਾਂ ਦੇ ਨਾਲ ਸਾਡੇ ਮਨ ਵਿੱਚੋਂ ਆਉਣ ਵਾਲੀ ਕੋਈ ਵੀ ਭਾਵਨਾ ਜਦੋਂ ਤੱਕ ਬਾਹਰ ਨਹੀਂ ਨਿਕਲ ਪਾਉਂਦੀ, ਉਸੇ ਤਰ੍ਹਾਂ ਹੀ ਸਾਡੇ ਮਨ ਦੇ ਵਿੱਚ ਉੱਠਣ ਵਾਲੀਆਂ ਭਾਵਨਾਵਾਂ ਨੂੰ
ਜੇ ਅਸੀਂ ਅੰਦਰ ਹੀ ਦਬਾਉਣ ਦੀ ਕੋਸ਼ਿਸ਼ ਕੀਤੀ ਤਾਂ ਉਹ ਕਦੇ ਨਾ ਕਦੇ ਬਾਹਰ ਨਿਕਲ ਹੀ ਆਉਂਦੀਆਂ ਨੇ ਤੇ ਜਦੋਂ ਉਹ ਜ਼ਬਰਦਸਤੀ ਨਾਲ ਬਾਹਰ ਨਿਕਲਦੀਆਂ ਨੇ ਤਾਂ ਉਹਨਾਂ ਦਾ ਕੁਝ ਨਾ ਕੁਝ ਕਚਰਾ ਸਾਡੇ ਦਿਮਾਗ ਤੇ ਮਨ ਦੇ ਵਿੱਚ ਰਹਿ ਹੀ ਜਾਂਦਾ ਏ ਤੇ ਜਿਹੜਾ ਸਾਡੇ ਮਨ ਨੂੰ ਦੂਸ਼ਿਤ ਤੇ ਗੰਦਗੀ ਨਾਲ ਭਰ ਦਿੰਦਾ ਏ। ਅਕਸਰ ਮਨੁੱਖ ਆਪਣੇ ਮਨ ਵਿੱਚ ਕਿਸੇ ਵੀ ਘਟਨਾ ਨੂੰ ਦੱਬ ਕੇ ਇਸ ਲਈ ਰੱਖਦਾ ਏ ਕਿ ਉਹ ਸੋਚਦਾ ਏ ਕਿ ਜੇ ਸਾਹਮਣੇ ਵਾਲੇ ਨੂੰ ਇਸ ਘਟਨਾ ਦੇ ਬਾਰੇ ਪਤਾ ਲੱਗ ਗਿਆ ਤਾਂ ਪਤਾ ਨਹੀਂ ਕਿ ਉਹ ਮੇਰੇ ਬਾਰੇ ਵਿੱਚ ਕੀ ਸੋਚੇਗਾ। ਇਸੇ ਵਿਚਾਰਾਂ ਦੇ ਕਾਰਨ ਉਹ ਅੰਦਰ ਹੀ ਅੰਦਰ ਖੁਦ ਦੁਖੀ ਹੁੰਦਾ ਰਹਿੰਦਾ ਏ ਪਰ ਸਾਹਮਣੇ ਵਾਲੇ ਨੂੰ ਉਹ ਕੁਝ ਵੀ ਨਹੀਂ ਦੱਸਦਾ। ਪਰ ਜੇ ਉਹ ਇੱਕ ਵਾਰ ਹਿੰਮਤ ਕਰ ਲਵੇ, ਸ਼ੁਰੂਆਤ ਕਰ ਲਵੇ ਤਾਂ ਉਸ ਦੀ ਪੂਰੀ ਜ਼ਿੰਦਗੀ ਬਦਲ ਸਕਦੀ ਏ। ਇੱਕ ਵਾਰ ਜੇ ਉਸ ਦੇ ਦਿਮਾਗ ਦੀ ਆਦਤ ਬਣ ਗਈ, ਉਹ ਜੀਵਨ ਭਰ ਦੂਜਿਆਂ ਦੇ ਸਾਹਮਣੇ ਆਪਣੀਆਂ ਭਾਵਨਾਵਾਂ ਨੂੰ ਦੱਸਣ ਵਿੱਚ ਹਿਚਕਚਾਏਗਾ ਨਹੀਂ ਤੇ ਅਸੀਂ ਆਪਣੇ ਦਿਮਾਗ ਦੀ ਇਹ ਆਦਤ 21 ਦਿਨਾਂ ਵਿੱਚ ਪੈਦਾ ਕਰ ਸਕਦੇ ਹਾਂ। 21 ਦਿਨਾਂ ਤੱਕ ਜੇ ਅਸੀਂ ਸਹੀ ਤਰੀਕੇ ਨਾਲ ਅਭਿਆਸ ਕਰੀਏ ਤਾਂ ਸਾਡਾ ਦਿਮਾਗ ਪੂਰੀ ਤਰ੍ਹਾਂ ਦੇ ਨਾਲ ਭਾਵਨਾਵਾਂ ਤੋਂ ਮੁਕਤ ਹੋ ਜਾਵੇਗਾ। ਇਹ 21 ਦਿਨਾਂ ਦਾ ਅਭਿਆਸ ਇਸ ਪ੍ਰਕਾਰ ਏ। 21 ਦਿਨਾਂ ਤੱਕ ਸਭ ਤੋਂ ਪਹਿਲੀ ਗੱਲ ਜਿਹੜੀ ਯਾਦ ਰੱਖਣੀ ਹੈ ਕਿ ਮਨ ਵਿੱਚ ਕਿਸੇ ਵੀ ਗੱਲ ਨੂੰ ਦਬਾ ਕੇ ਨਹੀਂ ਰੱਖਣਾ ਏ। ਜੇ ਅਸੀਂ ਕਿਸੇ ਮਨੁੱਖ ਦੇ ਬਾਰੇ ਵਿੱਚ ਚੰਗਾ ਸੋਚਦੇ ਹਾਂ ਤਾਂ ਉਸ ਨੂੰ ਦੱਸ ਦੇਵੋ ਜਾਂ ਫਿਰ ਬੁਰਾ ਵੀ ਸੋਚਦੇ ਹਾਂ ਫਿਰ ਵੀ ਦੱਸ ਦੇਵੋ। ਨਤੀਜਾ ਭੁੱਲ ਜਾਵੋ ਕਿ ਨਤੀਜਾ ਕੀ ਹੋਵੇਗਾ। ਸਿਰਫ ਆਪਣੇ ਦਿਮਾਗ ਦੀ ਸਫਾਈ ਕਰਨ ਵਿੱਚ ਵਿਸ਼ਵਾਸ ਰੱਖੋ। ਇਸ ਦੇ ਨਾਲ ਤੁਹਾਡੇ ਮਨ ਅੰਦਰ ਇੱਕ ਨਵੀਂ ਊਰਜਾ ਪੈਦਾ ਹੋਵੇਗੀ। ਜਦੋਂ ਤੁਸੀਂ ਕਿਸੇ ਵੀ ਮਨੁੱਖ ਦੇ ਬਾਰੇ ਵਿੱਚ ਉਹ ਸਭ ਦੱਸ ਸਕੋਗੇ ਜੋ ਤੁਸੀਂ ਉਸ ਦੇ ਬਾਰੇ ਵਿੱਚ ਸੋਚਦੇ ਹੋ ਤਾਂ ਫਿਰ ਤੁਸੀਂ ਖੁਦ ਸੋਚੋ ਕਿ ਤੁਹਾਡਾ ਖੁਦ ਦੇ ਉੱਤੇ ਕਿੰਨਾ ਵਿਸ਼ਵਾਸ ਵੱਧ ਜਾਵੇਗਾ। ਤੁਹਾਡੇ ਮਨ ਵਿੱਚ ਚੱਲ ਰਹੇ ਸਾਰੇ ਡਰ ਖਤਮ ਹੋ ਜਾਣਗੇ। ਹੋ ਸਕਦਾ ਏ ਇਸ ਵਿੱਚ ਤੁਹਾਨੂੰ ਚੁਣੌਤੀਆਂ ਦਾ ਵੀ ਸਾਹਮਣਾ ਕਰਨਾ ਪੈ ਸਕਦਾ ਏ ਪਰ ਜਿੱਥੇ ਚੁਣੌਤੀ ਨਹੀਂ ਹੁੰਦੀ ਉਹ ਕੋਈ ਅਭਿਆਸ ਵੀ ਨਹੀਂ ਹੁੰਦਾ। ਅਭਿਆਸ ਹਮੇਸ਼ਾ ਚੁਣੌਤੀਆਂ ਦੇ ਨਾਲ ਭਰਿਆ ਹੀ ਹੋਣਾ ਚਾਹੀਦਾ ਏ। ਇਸ ਦੇ ਨਾਲ ਤੁਸੀਂ ਸੱਚੀਆਂ ਗੱਲਾਂ ਬੋਲਣ ਦਾ ਅਭਿਆਸ ਵੀ ਕਰ ਪਾਵੋਗੇ। ਕਦੇ-ਕਦੇ ਅਸੀਂ ਦੂਜਿਆਂ ਨੂੰ ਪ੍ਰਭਾਵਿਤ ਕਰਨ ਦੇ ਲਈ ਅਸੀਂ ਉਹ ਬੋਲਦੇ ਹਾਂ ਜੋ ਉਹਨਾਂ ਨੂੰ ਚੰਗਾ ਲੱਗਦਾ ਏ ਪਰ ਅਸੀਂ ਉਹ ਨਹੀਂ ਬੋਲਦੇ ਜੋ ਅਸੀਂ ਉਹਨਾਂ ਦੇ ਬਾਰੇ ਵਿੱਚ ਸੱਚਮੁੱਚ ਸੋਚਦੇ ਹਾਂ ਤੇ ਇਹੀ ਸਾਡੀ ਸਭ ਤੋਂ ਵੱਡੀ ਭੁੱਲ ਹੋ ਜਾਂਦੀ ਏ। ਇਸ ਦੇ ਨਾਲ ਸਾਡੀ ਪੂਰੀ ਛਵੀ ਝੂਠ ਬਣ ਕੇ ਰਹਿ ਜਾਂਦੀ ਏ ਤੇ ਆਪਣੀਆਂ ਭਾਵਨਾਵਾਂ ਨੂੰ ਸ਼ੇਅਰ ਕਰਦੇ ਸਮੇਂ ਇਹ ਵੀ ਯਾਦ ਜ਼ਰੂਰ ਰੱਖੋ ਕਿ ਤੁਹਾਡੇ ਅੰਦਰ ਜੋ ਭਾਵਨਾਵਾਂ ਉਸ ਇਨਸਾਨ ਦੇ ਪ੍ਰਤੀ ਉੱਠ ਰਹੀਆਂ ਨੇ ਦਾ ਕਾਰਨ ਕੀ ਹੈ। ਉਦਾਹਰਨ ਦੇ ਲਈ ਜਦੋਂ ਕੋਈ ਨੌਕਰ ਆਪਣੇ ਮਾਲਿਕ ਦੇ ਲਈ ਕੰਮ ਕਰਦਾ ਏ ਤੇ ਉਹ ਕੰਮ ਚੰਗੀ ਤਰੀਕੇ ਨਾਲ ਨਹੀਂ ਕਰ ਪਾਉਂਦਾ ਤਾਂ ਉਸ ਦਾ ਮਾਲਿਕ ਉਸ ਨੂੰ ਝਿੜਕ ਦਿੰਦਾ ਏ ਜਿਹਦੇ ਨਾਲ ਉਸ ਨੌਕਰ ਦੇ ਮਨ ਅੰਦਰ ਆਪਣੇ ਮਾਲਕ ਦੇ ਪ੍ਰਤੀ ਗੁੱਸਾ ਉੱਠਦਾ ਏ। ਪਰ ਸਮਝਣ ਵਾਲੀ ਗੱਲ ਇਹ ਹੁੰਦੀ ਏ ਕਿ ਤੁਹਾਡਾ ਮਾਲਿਕ ਤਾਂ ਤੁਹਾਨੂੰ ਕਹੇਗਾ ਹੀ, ਉਹ ਤਾਂ ਤੁਹਾਨੂੰ ਝਿੜਕੇਗਾ ਹੀ ਜੇ ਤੁਸੀਂ ਕੰਮ ਚੰਗੇ ਤਰੀਕੇ ਨਾਲ ਨਹੀਂ ਕਰੋਗੇ। ਪਰ ਜੇ ਤੁਸੀਂ ਕੰਮ ਚੰਗੇ ਤਰੀਕੇ ਨਾਲ ਕਰ ਰਹੇ ਹੋ ਫਿਰ ਤੁਹਾਡਾ ਮਾਲਿਕ ਸੋਨੂੰ ਬਿਨਾਂ ਵਜ੍ਹਾ ਤੋਂ ਝਿੜਕ ਰਿਹਾ ਹੈ ਤਾਂ ਫਿਰ ਤੁਸੀਂ ਖੁੱਲ੍ਹ ਕੇ ਆਪਣੇ ਮਾਲਿਕ ਨੂੰ ਆਪਣੀਆਂ ਭਾਵਨਾਵਾਂ ਦੱਸ ਸਕਦੇ ਹੋ ਬਿਨਾਂ ਇਹ ਸੋਚੇ ਕਿ ਇਸ ਦਾ ਨਤੀਜਾ ਕੀ ਨਿਕਲੇਗਾ। ਪਰ ਜੇ ਤੁਸੀਂ ਇਹ ਭਾਵਨਾਵਾਂ ਨੂੰ ਦੱਬੋਗੇ ਤਾਂ ਤੁਹਾਡਾ ਖੁਦ ਦਾ ਆਤਮ ਵਿਸ਼ਵਾਸ ਨੀਚੇ ਡਿੱਗ ਜਾਵੇਗਾ। ਦੂਸਰਾ ਅਭਿਆਸ ਜੋ ਤੁਹਾਨੂੰ 21 ਦਿਨਾਂ ਤੱਕ ਕਰਨਾ ਹੈ ਕਿ ਜਿਹੜੀਆਂ ਵੀ ਘਟਨਾਵਾਂ ਤੁਹਾਡੇ ਨਾਲ ਘਟਦੀਆਂ ਨੇ ਘੱਟੋ ਘੱਟ ਤੁਹਾਡੀ ਜ਼ਿੰਦਗੀ ਵਿੱਚ ਇੱਕ ਇਹੋ ਜਿਹਾ ਇਨਸਾਨ ਹੋਣਾ ਚਾਹੀਦਾ ਹੈ ਜਿਹਦੇ ਨਾਲ ਤੁਸੀਂ ਉਸ ਘਟਨਾਵਾਂ ਬਾਰੇ ਸਾਰੀ ਗੱਲ ਕਰ ਸਕੋ। ਚਾਹੇ ਕੋਈ ਚੰਗੀ ਗੱਲ ਹੋਵੇ ਤੇ ਚਾਹੇ ਕੋਈ ਬੁਰੀ ਗੱਲ ਹੋਵੇ, ਉਹ ਸਭ ਗੱਲਾਂ ਬਿਨਾਂ ਕੁਝ ਸੋਚੇ ਬਿਨਾਂ ਕੁਝ ਵਿਚਾਰ ਕੀਤੇ ਬਿਨਾਂ ਇਸ ਡਰ ਤੋਂ ਕਿ ਉਹ ਇਨਸਾਨ ਤੁਹਾਡੇ ਬਾਰੇ ਕੀ ਸੋਚੇਗਾ, ਤੁਸੀਂ ਉਸ ਇਨਸਾਨ ਨੂੰ ਆਪਣੀਆਂ ਸਾਰੀਆਂ ਗੱਲਾਂ ਦੱਸ ਸਕੋ ਤੇ ਉਹ ਇਨਸਾਨ ਤੁਹਾਡੀਆਂ ਸਾਰੀਆਂ ਗੱਲਾਂ ਸੁਣਨ ਤੋਂ ਬਾਅਦ ਤੁਹਾਡੇ ਪ੍ਰਤੀ ਆਪਣੇ ਮਨ ਵਿੱਚ ਕਿਸੇ ਵੀ ਪ੍ਰਕਾਰ ਦੀ ਕੋਈ ਵੀ ਛਵੀ ਪੈਦਾ ਨਾ ਕਰੇ। ਇਹੋ ਜਿਹੇ ਇਨਸਾਨ ਆਪਣੀ ਜ਼ਿੰਦਗੀ ਵਿੱਚ ਖੋਜੋ ਤੇ ਉਹਨਾਂ ਦੇ ਸਾਹਮਣੇ ਆਪਣੀਆਂ ਸਾਰੀਆਂ ਭਾਵਨਾਵਾਂ ਸ਼ੇਅਰ ਕਰਨ ਦੀ ਕੋਸ਼ਿਸ਼ ਕਰੋ। ਦਿਨ ਵਿੱਚ ਜੋ ਕੁਝ ਵੀ ਤੁਹਾਡੇ ਨਾਲ ਘਟਦਾ ਏ, ਚੰਗਾ ਲੱਗਦਾ ਏ ਜਾਂ ਬੁਰਾ ਲੱਗਦਾ ਏ, ਉਸ ਨੂੰ ਇੱਕ ਦੋਸਤ ਦੀ ਤਰ੍ਹਾਂ ਦੱਸਣ ਦੀ ਕੋਸ਼ਿਸ਼ ਕਰੋ।
ਇਹਦੇ ਨਾਲ ਤੁਹਾਨੂੰ ਇਹ ਪਤਾ ਲੱਗ ਜਾਵੇਗਾ ਕਿ ਤੁਹਾਡਾ ਮਨ ਕਿਸੇ ਵੀ ਘਟਨਾ ਦੇ ਪ੍ਰਤੀ ਕਿਹੋ ਜਿਹੀਆਂ ਭਾਵਨਾਵਾਂ ਪੈਦਾ ਕਰਦਾ ਏ। ਤੁਸੀਂ ਆਪਣੇ ਮਨ ਨੂੰ ਸਮਝਣ ਵਿੱਚ ਸਫਲ ਹੋ ਜਾਵੋਗੇ। ਇਹ ਚਰਚਾ ਖਤਮ ਹੁੰਦੇ ਹੁੰਦੇ ਉਹ ਗੁਰੂ ਤੇ ਚੇਲਾ ਜੰਗਲ ਨੂੰ ਪਾਰ ਕਰਕੇ ਆਸ਼ਰਮ ਵਿੱਚ ਪਹੁੰਚ ਚੁੱਕੇ ਸੀ। ਸੋ ਦੋਸਤੋ, ਉਮੀਦ ਕਰਦੇ ਹਾਂ ਕਿ ਅੱਜ ਦੀ ਕਹਾਣੀ ਤੁਹਾਨੂੰ ਪਸੰਦ ਆਈ ਹੋਊਗੀ। ਇਹੋ ਜਿਹੀਆਂ ਹੋਰ ਮੋਟੀਵੇਸ਼ਨ ਕਹਾਣੀਆਂ ਲਈ ਪਲੀਜ਼ ਸਾਡੇ ਚੈਨਲ ਨੂੰ ਸਬਸਕ੍ਰਾਈਬ ਐਂਡ ਵੀਡੀਓ ਨੂੰ ਲਾਈਕ ਜ਼ਰੂਰ ਕਰਨਾ, ਤਾਂ ਜੋ ਸਾਡੀ ਅਗਲੀ ਕਹਾਣੀ ਵੀਡੀਓ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਸਕੇ। ਮਿਲਦੇ ਹਾਂ ਜੀ ਇੱਕ ਹੋਰ ਨਵੀਂ ਕਹਾਣੀ ਦੇ ਨਾਲ। ਸਤਿ ਸ਼੍ਰੀ ਅਕਾਲ ਸਾਰਿਆਂ ਨੂੰ।